ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਚੇਤਨ ਭਾਰਤ ਲਰਨਿੰਗ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ MCQs ਕਰਨ ਜਾ ਰਹੇ ਹਾਂ ਪ੍ਰੋਗਰਾਮਿੰਗ ਦੇ ਰਿਲੇਟਡ, ਠੀਕ ਹੈ, ਜਿਹੜਾ ਕਿ ਨਾਨ ਟੈਕਨੀਕਲ ਬੱਚਿਆਂ ਨੂੰ ਕਾਫੀ ਡਿਫਿਕਲਟ ਪਾਰਟ ਲੱਗਦਾ ਹੈ। ਆਪਾਂ ਨੇ ਪ੍ਰੋਗਰਾਮਿੰਗ ਪਹਿਲੋਂ ਵੀ ਪੜ੍ਹੀ ਹੈ, ਆਪਾਂ ਕੋਸ਼ਿਸ਼ ਕਰਦੇ ਹਾਂ ਔਰ ਮੈਂ ਐਕਚੁਅਲੀ ਉਮੀਦ ਵੀ ਕਰ ਰਿਹਾ ਵੀ ਬਹੁਤ ਸਾਰੇ ਬੱਚੇ ਤੁਹਾਡੇ 'ਚੋਂ ਬਹੁਤ ਸਾਰੇ ਕੁਐਸਚਨਸ ਨੂੰ ਸੋਲਵ ਕਰ ਪਾਣਗੇ, ਠੀਕ ਹੈ ਜੀ। ਆਓ ਫਿਰ ਆਪਾਂ ਸ਼ੁਰੂ ਕਰਦੇ ਹਾਂ। So first question is the process of building a new class from the existing one is called। ਹੁਣ ਆਪਾਂ ਕਹਿੰਦੇ ਆ ਕਿ new class from the existing one, यानी कि already there is a parent class present। या इस parent class ਨੂੰ ਅਸੀਂ base class ਵੀ ਕਹਿੰਦੇ ਆ, यानी कि ਇੱਕ class already present ਸੀ, ਇਹਦੇ ਵਿੱਚੋਂ ਦੀ ਹੀ ਇੱਕ ਹੋਰ ਕਨੈਕਟਿੰਗ ਕਲਾਸ ਬਣ ਰਹੀ ਹੈ ਜਿਹਨੂੰ ਕਿ ਅਸੀਂ ਚਾਈਲਡ ਕਲਾਸ ਜਾਂ ਡਿਰਾਈਵਡ ਕਲਾਸ ਵੀ ਕਹਿੰਦੇ ਆ, ਠੀਕ ਹੈ। ਤਾਂ ਇਹ ਪ੍ਰੋਸੈਸ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਵਿੱਚ ਕੀ ਕਹਿਲਾਉਂਦਾ ਹੈ? ਇਜ਼ ਇਟ ਪੋਲੀਮੋਰਫਿਜ਼ਮ? No. Is it structure? No. It is called inheritance। पेरेंट क्लास तो एक चाइल्ड क्लास आना, आंसर इज सी, ठीक है जी। नेक्स्ट क्वेश्चन, सी लैंग्वेज इज असेंबली लैंग्वेज, मिडल लेवल लैंग्वेज, हाई लेवल लैंग्वेज या नन ऑफ दीज। हुण सी लैंग्वेज जो आई सी उसने की यूज़ किया, कुछ स्पेसिफिकली अपन ने जिन्नी पढ़ी सी, मैं ਤੁਹਾਨੂੰ ਜਲਦੀ ਚ ਪੜ੍ਹਾਈ ਵੀ ਹੈ ਬਿਕਾਜ਼ ਆਪਣੇ ਕੋਲ ਸਿਲੇਬਸ ਬਹੁਤ ਜ਼ਿਆਦਾ ਸੀ। ਪ੍ਰੋਗਰਾਮਿੰਗ ਦੇ ਵਿੱਚ ਬਹੁਤ ਜ਼ਿਆਦਾ ਡੈਪਥ ਦੇ ਵਿੱਚ ਪੇਪਰ ਨਹੀਂ ਆਣਾ, ਬਟ ਸਟਿਲ ਯੂ ਨੀਡ ਟੂ ਨੋ ਕਿ ਵੀ ਕਿਸ ਤਰ੍ਹਾਂ ਇਹ ਵਰਕ ਕਰਦੀ ਹੈ। ਤੁਸੀਂ ਦੇਖਿਆ ਹੈ ਕਿ ਸਪੈਸ਼ਲ ਉਹਦੇ ਵਿੱਚ ਇਹਨਾਂ ਨੇ ਲੈਂਗੁਏਜ ਯੂਜ਼ ਕੀਤੀ ਹੋਈ ਹੈ। ਬੇਸਿਕਲੀ ਸਾਰਾ ਕੁਝ ਇੰਗਲਿਸ਼ ਦੇ ਵਿੱਚ ਹੋ ਰਿਹਾ, ਬਟ ਉਹਦੇ ਕੀਵਰਡਸ ਹੈ, ਉਹਦੇ ਆਈਡੈਂਟੀਫਾਇਰਸ ਹੈਗੇ, ਠੀਕ ਹੈ। ਸੋ ਵੀ ਆਰ ਨੋਟ ਯੂਜ਼ਿੰਗ 0 and 1 ਐਗਜ਼ੈਕਟਲੀ। ਅਸੀਂ 0 and 1 ਦੇ ਵਿੱਚ ਕੰਮ ਨਹੀਂ ਕਰ ਰਹੇ, ਅਸੀਂ ਸਿੰਬਲਸ ਦੇ ਨਾਲ ਕੰਮ ਕੀਤਾ ਹੈ, ਲੇਕਿਨ ਉਹਦੇ ਨਾਲ ਇੰਗਲਿਸ਼ ਟਰਮੀਨੋਲੋਜੀ ਨੂੰ ਵੀ ਯੂਜ਼ ਕੀਤਾ। ਸੋ ਅਸੈਂਬਲੀ ਲੈਂਗੁਏਜ ਜਿਹੜੀ ਹੈ ਬੇਸਿਕਲੀ ਸਿੰਬੋਲਿਕ ਲੈਂਗੁਏਜ ਜ਼ਿਆਦਾ ਸੀ, ਠੀਕ ਹੈ। ਦੈਟ ਵਾਜ਼ ਵੈਰੀ ਕਲੋਜ਼ ਟੂ 0 and 1 ਸਟਰਕਚਰ। ਮਿਡਲ ਲੈਵਲ ਲੈਂਗੁਏਜ ਦਾ ਵੀ ਉਹੀ ਹਾਲ ਹੈ ਕਿ ਉਹਦੇ 'ਚ ਵੀ ਸਿੰਬਲ ਜ਼ਿਆਦਾ ਯੂਜ਼ ਕੀਤੇ ਗਏ ਸੀ, ਇੰਗਲਿਸ਼ ਬਹੁਤ ਘੱਟ ਯੂਜ਼ ਕੀਤੀ ਸੀ, ਇੰਗਲਿਸ਼ ਦੇ ਵਰਡਸ ਬਹੁਤ ਘੱਟ ਯੂਜ਼ ਕੀਤੇ ਹੋਏ ਸੀ। ਸੀ ਲੈਂਗੁਏਜ ਇਜ਼ ਕੰਸੀਡਰਡ ਐਜ਼ ਦੀ हाई लेवल लैंग्वेज, ठीक है जी। सो इसका आंसर की बनेगा सी। स्ट्रक्चरल प्रोग्रामिंग लैंग्वेजेस आर ऑल्सो नोन एज। हुण स्ट्रक्चरल जिहड़ी प्रोग्रामिंग लैंग्वेजेस होंदियां है जिवें कि सी लैंग्वेज है, इहनूं होर की कहने आपां ऑब्जेक्ट ओरीएंटेड प्रोग्रामिंग तो नहीं होंदी बिकॉज वो साडी C++ है। केस सेंसिटिव होंदी है अप टू सम एक्सटेंट। स्यूडो कोड भी नहीं है। ये आंसर बनता है मॉड्यूलर बिकॉज छोटे छोटे मॉड्यूल्स वांगू काम करती है, ठीक है। सो इसका आंसर बनता है ए। हेडर फाइल इन सी कंटेन्स। हेडर फाइल की कंटेन करती है? हेडर फाइल जो तुसी भुल गए हो तो आपां सी का प्रोग्राम लिखण तो पहलों आपां यूज करते हैं हैश इंक्लूड stdio.h। ये तो एक हेडर फाइल है। stdio.h इज कंसिडर्ड एज स्टैंडर्ड इनपुट आउटपुट डॉट हेडर फाइल, ठीक है। ये बेसिकली एक ही सानू दिंदी है लाइब्रेरी फंक्शंस, इनबिल्ट फंक्शंस बने होंदे ਇਹਦੇ ਵਿੱਚ, ਜਿਵੇਂ printf है, scanf है, जिन्हां ਦੇ थ्रू ਅਸੀਂ ਜਦੋਂ ਪ੍ਰੋਗਰਾਮ ਲਿਖਦੇ ਹਾਂ ਤਾਂ ਕੰਪਾਈਲਰ ਨੂੰ ਸਮਝ ਲੱਗ ਜਾਂਦੀ ਹੈ ਵੀ ਓਕੇ ਕੀ ਕੰਮ ਇਹਦੇ ਵਿੱਚ ਕੀਤਾ ਹੋਇਆ ਹੈ। ਜੇ ਅਸੀਂ printf ਯੂਜ਼ ਕੀਤਾ ਤਾਂ ਉਹਦਾ ਪੂਰਾ ਸਿੰਟੈਕਸ ਉਹਦੇ ਵਿੱਚ ਗਿਵਨ ਹੈ ਆਲਰੇਡੀ। ਸੋ ਹੈਡਰ ਫਾਈਲ ਇਨ C contains library functions। Answer is B. Next, which header file is essential for using strcmp? ਇਹ ਫੰਕਸ਼ਨ ਅਸੀਂ string ਦੇ ਵਿੱਚ ਯੂਜ਼ ਕਰਦੇ ਹਾਂ, ਠੀਕ ਹੈ। ਸੋ strcmp is string compare। दो स्ट्रिंग्स ਨੂੰ ਕੰਪੇਅਰ ਕਰਦਾ ਹੈ ਫੰਕਸ਼ਨ। ਇਹਨੂੰ ਚਲਾਉਣ ਵਾਸਤੇ ਅਸੀਂ ਕਿਹੜੀ ਹੈਡਰ ਫਾਈਲ ਯੂਜ਼ ਕਰਦੇ ਹਾਂ? stramp नहीं जी, text.h नहीं जी, strings.h और string.h इन्हां दोनों चों ही एक पॉसिबिलिटी है, बट इत्थे आंसर बनदा थोड़ा ए, ठीक है जी।
ਸੋ ਆਨਸਰ ਇਜ਼ ਏ, string.h यूज़ करांगे ਤਾਂ ਇਹ ਕਾਫੀ ਸਾਰੇ ਫੰਕਸ਼ਨ ਸਾਡੇ ਐਕਟਿਵ ਹੋ ਜਾਂਦੇ ਆ, strcmp, strcat, strlwr, strrev, ਠੀਕ ਹੈ। ਸੋ ਇਸ ਤਰ੍ਹਾਂ ਦੇ ਕਈ ਸਾਰੇ ਫੰਕਸ਼ਨਸ ਹੈ ਜਿਹੜੇ ਐਕਟਿਵ ਹੋ ਜਾਂਦੇ ਆ ਇਸ ਪਾਰਟਿਕੂਲਰ ਹੈਡਰ ਫਾਈਲ ਦੇ ਨਾਲ। ਨੈਕਸਟ, ਐਨ ਐਮਪਰਸੈਂਡ ਬਿਫੋਰ ਦ ਨੇਮ ਆਫ ਦ ਵੇਰੀਏਬਲ ਡਿਨੋਟਸ। ਐਮਪਰਸੈਂਡ ਅਸੀਂ ਕਦੋਂ ਲਗਾਉਂਦੇ ਹਾਂ? ਮੰਨ ਲਓ ਇੱਕ ਸਾਡੇ ਕੋਲ ਵੇਰੀਏਬਲ ਹੈ a, ਇੰਟੀਜਰ ਟਾਈਪ ਵੇਰੀਏਬਲ ਹੈ ਮੇਰੇ ਕੋਲ a, ਤਾਂ ਜੇ ਮੈਂ ਇਹਦੇ ਅੱਗੇ ਐਮਪਰਸੈਂਡ ਲਗਾ ਦਾਂ ਤਾਂ ਇਸ ਚੀਜ਼ ਦਾ ਮਤਲਬ ਕੀ ਹੈ? ਜੇ ਆਪਾਂ ਨੇ C++ ਜਾਂ C ਲੈਂਗੁਏਜ ਯਾਦ ਹੋਏਗੀ, C ਲੈਂਗੁਏਜ ਦੇ ਵਿੱਚ ਹੀ ਆਪਾਂ ਮੋਸਟਲੀ ਕੀਤਾ ਹੈ, ਇੱਕ ਅਸੀਂ ਫੰਕਸ਼ਨ ਯੂਜ਼ ਕਰਦੇ ਹਾਂ scanf, ਇਹਦੇ ਵਿੱਚ %d ਲਗਾ ਕੇ %a ਲਿਖਿਆ ਜਾਂਦਾ। ਦਿਸ ਸਿਗਨੀਫਾਈਜ਼ ਦੀ ਐਡਰੈਸ, ਠੀਕ ਹੈ, ਕਿ ਉਹ ਕਿਹੜੀ ਜਗ੍ਹਾ ਦੇ ਉੱਤੇ ਪਿਆ ਹੋਇਆ ਹੈ। ਐਮਪਰਸੈਂਡ ਇਜ਼ ਯੂਜ਼ਡ ਫॉर ਐਡਰੈਸ, ਸੋ ਆਨਸਰ ਬਿਕਮਸ C। Where was C language invented? ਇਨਵੈਂਟ ਕਿੰਨੇ ਕੀਤੀ ਸੀ? ਇਨਵੈਂਟਰ ਦਾ ਨਾਮ ਸੀ ਡੈਨਿਸ ਰਿਚੀ। ਠੀਕ ਹੈ, ਔਰ ਇਨਵੈਂਟ ਕਿੱਥੇ ਕੀਤੀ ਸੀ? ਰਿਚੀਜ਼ ਲੈਬ? नो, AT&T's Bell's lab, so answer is B। mechanism of deriving a class from another derived class is called। ਹੁਣ ਦੇਖੋ ਕੁਐਸਚਨ ਨੂੰ ਆਪਾਂ ਧਿਆਨ ਨਾਲ ਸਮਝਣਾ ਹੈ। deriving a class from another derived class यानी कि एक क्लास A है, मान लो एक क्लास है B, ਇਹਦੀ ਪੇਰੈਂਟ ਕਲਾਸ ਹੈ A, ਯਾਨੀ ਕਿ ਜਿਹੜੀ B ਕਲਾਸ ਸੀ ਉਹ ਆਲਰੇਡੀ ਡਰਾਈਵਡ ਸੀਗੀ A ਤੋਂ। ਹੁਣ ਆਪਾਂ ਕਹਿ ਰਹੇ ਹਾਂ ਕਿ ਇਫ ਮੈਕੈਨਿਜ਼ਮ ਆਫ ਡਰਾਈਵਿੰਗ ਅ ਕਲਾਸ ਫਰੋਮ ਅਨਦਰ ਡਰਾਈਵਡ ਕਲਾਸ, ਯਾਨੀ ਕਿ ਇਹ ਵਾਲੀ ਜਿਹੜੀ ਡਰਾਈਵਡ ਕਲਾਸ ਹੈ ਇਸ ਤੋਂ ਅੱਗੇ ਜੇ ਮੈਂ ਇੱਕ ਹੋਰ ਕਲਾਸ ਬਣਾਵਾਂ ਜਿਹੜੀ ਕਿ ਡਰਾਈਵ ਹੋ ਰਹੀ ਹੈ B ਤੋਂ, ਤਾਂ ਇਸ ਮੈਕੈਨਿਜ਼ਮ ਨੂੰ ਅਸੀਂ ਕੀ ਕਵਾਂਗੇ? ਇਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਇਹ ਗ੍ਰੈਂਡਫਾਦਰ ਹੋਣ, ਇਹ ਫਾਦਰ ਹੋ ਗਏ और ये हो गया सन। इनहेरिटेंस तो चल रही है, बट इनहेरिटेंस एक लेवल, फिर उस तो अगला लेवल, फिर उस तो अगला लेवल, यानी कि मैकेनिज्म ऑफ ड्राइविंग अ क्लास फ्रॉम अनदर ड्राइव्ड क्लास इज कॉल्ड। ਇਹਦੇ ਚੋਂ ਇਨहेरिटेंस ਦੀ ਟਾਈਪਸ ਹੈ। ਸਿੰਗਲ ਇਨहेरिटेंस ਹੁੰਦੀ ਹੈ ਜੇ ਸਿਰਫ 2 ਲੈਵਲਸ ਤੱਕ ਹੀ ਹੁੰਦੀ ਤਾਂ ਇਹ ਸਿੰਗਲ ਇਨहेरिटेंस ਹੁੰਦੀ। ਆ ਆਪਸ਼ਨ ਬਣ ਰਹੀ ਹੈ ਮਲਟੀ ਲੈਵਲ ਇਨहेरिटेंस, 1 ਲੈਵਲ, 2 ਲੈਵਲ, 3 ਲੈਵਲ। ਸੋ ਆਨਸਰ ਬਣ ਰਿਹਾ ਸਾਡਾ ਮਲਟੀ ਲੈਵਲ। थर्ड आ रहा है मल्टीपल। मल्टीपल का मतलब होता है कि एक पेरेंट, दूसरा पेरेंट और ਉਹਦਾ ਚਾਈਲਡ, ठीक है, ਤਾਂ ਉਹ ਬੰਦਾ ਮਲਟੀਪਲ। ਜਦੋਂ ਇੱਕ ਲੈਵਲ, ਦੂਸਰਾ ਲੈਵਲ ਔਰ ਉਸ ਤੋਂ ਇੱਕ ਨੀਚੇ ਇੱਕ ਹੋਰ ਲੈਵਲ ਆ ਗਿਆ, that is called मल्टी लेवल इनहेरिटेंस। आंसर बनेगा साਡਾ C। Next, in C++, dynamic memory allocation is accomplished with the operator। ਹੁਣ ਡਾਇਨਾਮਿਕ ਮੈਮਰੀ ਐਲੋਕੇਸ਼ਨ ਵਾਸਤੇ ਜਦੋਂ C ਲੈਂਗੁਏਜ ਅਸੀਂ ਯੂਜ਼ ਕਰਦੇ ਹਾਂ ਉੱਥੇ ਫੰਕਸ਼ਨ ਚੱਲਦਾ ਹੈ malloc, that stands for memory allocation। ਜਦੋਂ C++ ਦੇ ਵਿੱਚ ਆ ਜਾਂਦੇ ਆ ਤਾਂ ਇਹੀ ਕੰਮ ਸੇਮ ਕਰਨ ਵਾਸਤੇ ਸਾਡੇ ਕੋਲ ਇੱਕ ਆਪਰੇਟਰ ਹੈ, that is called new। ਠੀਕ ਹੈ, ਸੋ ਆਨਸਰ ਇਹਦਾ ਬਣਨਾ ਹੈ new। The operator that cannot be overloaded is, ਹੁਣ ਇਹ ਥੋੜਾ ਜਿਹਾ ਇਸ ਤਰੀਕੇ ਦਾ ਕੁਐਸਚਨ ਹੈ ਕਿ ਜਿਹੜਾ ਬਾਈ ਚਾਂਸ ਦੀ ਗੱਲ ਹੈ, ਜੇ ਇਸ ਤਰੀਕੇ ਦੇ ਵੀ ਕੁਐਸਚਨ ਕਦੇ ਸਟ੍ਰਾਈਕ ਕਰ ਜਾਣ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਓਵਰਲੋਡਿੰਗ ਇੱਕ ਕਨਸੈਪਟ ਹੈ C++ ਦੇ ਅੰਦਰ, ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਦੇ ਅੰਦਰ, ਜਿਹੜਾ ਕਿ ਪੋਲੀਮੋਰਫਿਜ਼ਮ ਦਾ ਇੱਕ ਪਾਰਟ ਹੈ। ਠੀਕ ਹੈ, ਤਾਂ ਓਵਰਲੋਡਡ ਆਪਰੇਟਰਸ ਦਾ ਮਤਲਬ ਹੁੰਦਾ ਕਿ ਕਿਹੜੇ ਕਿਹੜੇ ਆਪਰੇਟਰਸ ਐਸੇ ਜਿਹੜੇ ਕਿ ਓਵਰਲੋਡ ਹੋ ਸਕਦੇ ਹੈ। ਇਹ ਹੋ ਸਕਦਾ ਜੀ, ਇਹ ਹੋ ਸਕਦਾ ਜੀ, ਇਹ ਵੀ ਹੋ ਸਕਦਾ। ਸਕੋਪ ਰੈਜ਼ੋਲੂਸ਼ਨ ਆਪਰੇਟਰ ਹੈ ਜਿਹੜਾ ਤੁਹਾਨੂੰ ਡਬਲ ਬਿੰਦੀਆਂ ਕਰਕੇ ਨਜ਼ਰ ਆਏਗਾ, ਦਿਸ ਇਜ਼ ਕਾਲਡ ਸਕੋਪ ਰੈਜ਼ੋਲੂਸ਼ਨ ਆਪਰੇਟਰ। ਇਹਦੀ ਓਵਰਲੋਡਿੰਗ ਨਹੀਂ ਹੁੰਦੀ। ਲਾਸਟ ਤੇ ਆਪਸ਼ਨ N ਪਈ ਹੋਈ ਹੈ, ਬੇਸਿਕਲੀ ਇੱਥੇ ਮੈਂ ਨਨ ਆਫ ਥੀਸ ਪਾਇਆ ਸੀਗਾ। N ਨਾਮ ਦਾ ਕੋਈ ਆਪਰੇਟਰ ਨਹੀਂ ਹੈ।
ठीक है, सो रीड दिस एज नन ऑफ दीज, सो आंसर इज बी। ठीक है जी। ਆਈਡੈਂਟੀਫਾਈ ਦੀ ਆਪਰੇਟਰ that is not used with pointers। ਹੁਣ pointers ਦੇ ਨਾਲ ਇਹਨਾਂ ਚੋਂ ਕਿਹੜਾ ਆਪਰੇਟਰ ਹੈ ਜਿਹੜਾ ਯੂਜ਼ ਨਹੀਂ ਹੋ ਰਿਹਾ। ਜਦੋਂ ਅਸੀਂ ਸਟਰਕਚਰਸ ਦੇ ਵਿੱਚ ਜਾਂਦੇ ਹਾਂ ਤਾਂ ਪੁਆਇੰਟਰ ਦਾ ਜਿਹੜਾ ਡਾਟ ਹੈ ਉਹ ਰਿਪਲੇਸ ਹੋ ਜਾਂਦਾ ਇਹਦੇ ਨਾਲ, ਸੋ ਦੈਟ ਮੀਨਸ ਕਿ ਇਹ ਤਾਂ ਹੋ ਹੀ ਰਿਹਾ। ਐਮਪਰਸੈਂਟ ਯੂਜ਼ ਹੋਣਾ ਹੀ ਹੋਣਾ ਹੈ, ਪੁਆਇੰਟਰਸ ਦਾ ਸਟਾਰ ਹੁੰਦਾ ਹੀ ਹੁੰਦਾ। ਇਹ ਇੱਕ ਸਾਈਨ ਐਸਾ ਹੈ ਜਿਹੜਾ ਕਿ ਪੁਆਇੰਟਰ ਦੇ ਨਾਲ ਯੂਜ਼ ਨਹੀਂ ਹੁੰਦਾ, ਇਹ ਇਨਪੁਟ ਕਰਵਾਉਣ ਵਾਸਤੇ ਯੂਜ਼ ਹੁੰਦਾ ਸੀ ਇਨ ਦੇ ਨਾਲ। ਇਹ ਤੁਹਾਡਾ ਵੇਰੀਏਬਲ ਨੇਮ ਹੋ ਗਿਆ A, ਠੀਕ ਹੈ, ਇੱਥੇ ਹੀ ਯੂਜ਼ ਹੁੰਦਾ। ਸੋ ਆਨਸਰ ਕੀ ਬਣ ਗਿਆ ਤੁਹਾਡਾ D, this is not used with pointers। ठीक। The members of the class by default are। ਜਦੋਂ ਵੀ ਅਸੀਂ ਕੋਈ ਕਲਾਸ ਡਿਫਾਈਨ ਕਰਦੇ ਹਾਂ C++ ਦੇ ਵਿੱਚ ਮੈਂਬਰਸ ਬਾਈ ਡਿਫਾਲਟ ਕੀ ਹੁੰਦੇ, ਜੇ ਉਹਨਾਂ ਨੂੰ ਦੱਸਿਆ ਨਾ ਜਾਏ ਕਿ ਇਹ ਇਹਨਾਂ ਦਾ ਐਕਸੈਸ ਸਪੈਸੀਫਾਇਰ ਕੀ ਹੈ। ਬੇਸਿਕਲੀ ਇੱਥੇ ਪਬਲਿਕ, ਪ੍ਰੋਟੈਕਟਡ ਔਰ ਪ੍ਰਾਈਵੇਟ ਤਿੰਨ ਆਪਾਂ ਨੂੰ ਆਪਸ਼ਨਸ ਮਿਲੇ ਹੋਏ ਆ, ਚੌਥਾ ਨਨ ਹੈ। these all are access specifiers। ਤਾਂ ਕਿਹੜਾ ਐਕਸੈਸ ਬਾਈ ਡਿਫਾਲਟ ਹੁੰਦਾ? ਦੀ ਆਨਸਰ ਇਜ਼ ਪ੍ਰਾਈਵੇਟ। ਜਿਨ੍ਹਾਂ ਨੇ C++ ਦੀ ਮੇਰੀ ਕਲਾਸਿਸ ਲਗਾਈਆਂ ਸੀ ਮੋਸਟ ਲਾਈਕਲੀ ਉਹਨਾਂ ਨੇ ਇਸ ਚੀਜ਼ ਨੂੰ ਡੈਫੀਨੇਟਲੀ ਯਾਦ ਰੱਖਿਆ ਹੋਏਗਾ, ਕਿਉਂਕਿ ਉਦੋਂ ਵੀ ਮੈਂ ਜ਼ੋਰ ਮਾਰ ਕੇ ਕਿਹਾ ਸੀਗਾ ਕਿ ਬਾਈ ਡਿਫਾਲਟ ਇਟ ਇਜ਼ ਪ੍ਰਾਈਵੇਟ। ਜੇ ਸਾਨੂੰ ਪਬਲਿਕ ਐਕਸੈਸ ਦੇਣਾ ਹੈ ਆਬਜੈਕਟ ਨੂੰ ਤਾਂ ਅਸੀਂ ਉਹਨੂੰ ਪਬਲਿਕ ਡਿਕਲੇਅਰ ਕਰਦੇ ਹਾਂ। ਠੀਕ ਹੈ ਜੀ, ਬਾਈ ਡਿਫਾਲਟ ਇਟ ਇਜ਼ ਪ੍ਰਾਈਵੇਟ। ਸੋ ਆਨਸਰ ਬਣ ਗਿਆ ਤੁਹਾਡਾ C। ਐਕਸੈਪਸ਼ਨ ਹੈਂਡਲਿੰਗ ਇਜ਼ ਟਾਰਗੇਟਡ ਐਟ। ਸਭ ਤੋਂ ਪਹਿਲਾਂ ਤਾਂ ਅਸੀਂ ਸਮਝਣਾ ਹੈ ਕਿ ਐਕਸੈਪਸ਼ਨ ਹੈਂਡਲਿੰਗ ਕੀ ਹੈ। ਐਕਸੈਪਸ਼ਨਸ ਦਾ ਮਤਲਬ ਹੈ ਕਿ ਪ੍ਰੋਗਰਾਮ ਚਲਦੇ ਚਲਦੇ ਕੋਈ ਐਸਾ ਐਰਰ ਪ੍ਰੋਡਿਊਸ ਹੋ ਗਿਆ ਜਿਹੜਾ ਕਿ ਐਕਸਪੈਕਟਡ ਨਹੀਂ ਸੀਗਾ, ਜਾਂ ਪ੍ਰੋਗਰਾਮਰ ਨੂੰ ਐਕਸਪੈਕਟਡ ਸੀਗਾ ਵੀ ਇਹ ਵਾਲਾ ਇਸ਼ੂ ਆਏਗਾ ਔਰ ਉਹਨੇ ਉੱਥੇ ਐਕਸੈਪਸ਼ਨ ਨੂੰ ਹੈਂਡਲ ਕੀਤਾ। ਜਿਵੇਂ ਕਿ ਲੌਜੀਕਲ ਐਰਰ ਨਹੀਂ ਹੈ, ਜੇ ਮੈਂ ਲਿਖਾਂ 10 ਡਿਵਾਈਡਡ ਬਾਈ 2, ਦਿਸ ਇਜ਼ ਨਾਟ ਅ ਲੌਜੀਕਲ ਐਰਰ। ਠੀਕ ਹੈ, ਸਾਨੂੰ ਪਤਾ ਆਨਸਰ ਇਹ ਆ ਗਿਆ। ਲੇਕਿਨ ਹੁਣ ਮੇਰੇ ਨਾਲ ਪ੍ਰੋਬਲਮ ਹੋਏਗੀ ਕਿ ਇਫ ਐਨੀਥਿੰਗ, ਕੋਈ ਵੀ ਨੰਬਰ ਹੈ 10 ਡਿਵਾਈਡਡ ਬਾਈ 0, ਤਾਂ ਲੌਜੀਕਲੀ ਤਾਂ ਉਹ ਗਲਤ ਨਹੀਂ ਹੈ ਨਾ। ਇਫ ਆਈ ਰਾਈਟ 10 ਡਿਵਾਈਡ ਬਾਈ 0 ਤਾਂ ਲੌਜੀਕਲੀ ਉਹਦੇ ਪ੍ਰੋਬਲਮ ਹੈ, ਕਿਉਂਕਿ that is infinity। लेकिन syntax ਉਹਦਾ ਬਿਲਕੁਲ ਠੀਕ ਹੈ। ठीक है, ऐसे एक्सेप्शंस भी आंदी हैं जिथे syntax बिल्कुल करेक्ट है लेकिन रन टाइम ਦੇ ਉੱਤੇ ਉਹਦਾ ਐਰਰ ਆ ਸਕਦਾ ਹੈ। ਆਪਣੇ ਕੋਲ ਪਹਿਲੀ ਆਪਸ਼ਨ ਇਹੀ ਆ ਰਹੀ ਹੈ ਕਿ ਰਨ ਟਾਈਮ ਐਰਰ ਹੈ, ਕਿਉਂਕਿ ਉਹ ਕੰਪਾਈਲੇਸ਼ਨ ਦੇ ਵਿੱਚ ਉਹਨੂੰ ਪਤਾ ਚੱਲੇਗਾ ਹੀ ਨਹੀਂ, ਕਿਉਂਕਿ ਕੰਪਾਈਲੇਸ਼ਨ ਦੇ ਵਿੱਚ ਕੀ ਫੰਡਾ ਹੈ ਕਿ ਇਹ ਚੀਜ਼ ਠੀਕ ਹੈ ਤਾਂ ਇਸ ਚੀਜ਼ ਨੂੰ ਵੀ ਠੀਕ ਹੀ ਮੰਨੇਗਾ। ਠੀਕ ਹੈ, ਕਿਉਂਕਿ ਉਹਦਾ ਇਹ ਰਨ ਟਾइम एरर है, सिंटैक्स का एरर नहीं है। ठीक है, सो लॉजिकल एरर है डेफिनेटली, लेकिन ये आएगा रन टाइम के उत्ते। जो तुहाडे कोल एक्सैप्शन हैंडलिंग के रिगार्डिंग कोई क्वेश्चन आए तो उहदे च जदों एरर प्रोड्यूस हुंदा दैट इज़ अ रन टाइम एरर। सो आंसर इहदा बनेगा ए। An array element is accessed using FIFO, index number, operator या member name। FIFO is first in first out। ਹੁਣ ਜਦੋਂ ਮੈਂ ਡਿਕਲੇਅਰ ਕਰਦਾ ਇੱਕ ਐਰੇ ਤਾਂ ਉਹਨੂੰ ਮੈਂ ਡਿਕਲੇਅਰ ਕਰਦਾ ਕਿਵੇਂ ਆ ਕਿ ਮੈਂ ਸਭ ਤੋਂ ਪਹਿਲਾਂ ਦੱਸਦਾ ਕਿ ਡਾਟਾ ਟਾਈਪ ਕਿਹੜੀ ਹੈ। ਸਪੋਜ਼ ਮੈਂ ਇਹਦਾ ਨਾਮ ਰੱਖਤਾ I ਔਰ ਮੈਂ ਕਹਤਾ ਕਿ ਇਹਦੇ 'ਚ ਮੇਰੇ ਕੋਲ 5 ਵੈਲਿਊਜ਼ ਆਉਣਗੀਆਂ। ਠੀਕ ਹੈ, ਹੁਣ ਇਹ ਜਿਹੜੀ ਮੇਰੇ ਕੋਲ 5 ਵੈਲਿਊਜ਼ ਆ ਰਹੀਆਂ ਇਹ ਸਟੋਰ ਕਿਵੇਂ ਹੋ ਰਹੀਆਂ I0 ਤੋਂ ਲੈ ਕੇ I4 ਤੱਕ। ਇਹਨੂੰ ਅਸੀਂ ਕਹਿੰਦੇ ਆ I ਸਬਸਕ੍ਰਿਪਟ 3 I ਸਬਸਕ੍ਰਿਪਟ 4। ਤਾਂ ਮੇਰੇ ਕੋਲ 4 ਵੈਲਿਊਜ਼ ਆ ਗਈਆਂ ਬਿਕੋਜ਼ ਐਰੇ ਦੀ ਖਾਸੀਅਤ ਹੈ ਐਰੇ ਸਟਾਰਟਸ ਵਿਦ 0। ਸੋ ਇਹਦੇ ਵਿੱਚ ਤੁਸੀਂ ਐਲੀਮੈਂਟਸ ਭਰ ਸਕਦੇ ਹੋ। ਠੀਕ, ਤਾਂ ਹੁਣ ਕੁਐਸਚਨ ਇਹ ਪੁੱਛਿਆ ਜਾ ਰਿਹਾ ਕਿ ਐਨ ਐਰੇ ਐਲੀਮੈਂਟ ਇਜ਼ ਐਕਸੈਸਡ ਯੂਜ਼ਿੰਗ। ਹੁਣ ਆ ਜਿਹੜਾ ਮੇਰੇ ਕੋਲ ਆ ਲਾਈਨ ਚੱਲ ਰਹੀ ਹੈ ਨਾ 0 1 2 3 4, बेसिकली दिस इज कॉल्ड इंडेक्स नंबर। तो मेरे को सेकंड ऑप्शन आ रही है इंडेक्स नंबर। क्लियर है जी।
सो आंसर बन जाएगा हमारा बी। विच ऑफ द फॉलोइंग विल प्रोड्यूस 10 इफ x इज इक्वल टू 9.7। क्वेश्चन ਨੂੰ ਧਿਆਨ ਨਾਲ ਸਮਝਣਾ ਕਿ ਤੁਹਾਡੇ ਕੋਲ ਸਪੋਜ਼ x ਦੀ ਵੈਲਿਊ ਜਿਹੜੀ ਬਣੀ ਹੈ that is 9.7 ਲੇਕਿਨ ਆਨਸਰ ਆ ਰਿਹਾ 10। ਉਹ ਕਿਹੜੇ ਫੰਕਸ਼ਨ ਨੂੰ ਯੂਜ਼ ਕਰਕੇ ਆਏਗਾ? ਜਿਵੇਂ ਆਪਾਂ ਰਾਉਂਡ ਆਫ ਕਰ ਦਿੰਦੇ ਆ ਨਾ, ਇਹਨਾਂ ਚਾਰਾਂ ਚੋਂ ਫਲੋਰ, ABS, ਲੌਗ ਔਰ ਸੀਲ ਹੈ ਕਿਸੇ ਨੂੰ ਆਈਡੀਆ? ਮੈਨੂੰ ਉਮੀਦ ਘੱਟ ਹੈ, ਬਟ ਹੋ ਸਕਦਾ ਕਿਸੇ ਨੇ ਜੇ ਇੰਜੀਨੀਅਰਿੰਗ ਕਰ ਰੱਖੀ ਹੈ ਹੋ ਸਕਦਾ ਉਹਨਾਂ ਨੇ ਪੜ੍ਹਿਆ ਹੋਵੇ। ਠੀਕ ਹੈ, ਸੋ ਇਹਦਾ ਆਨਸਰ ਬਣਦਾ ਹੈ ਡੀ। ਸੀਲ ਫੰਕਸ਼ਨ ਜਿਹੜਾ ਹੈ ਉਹ ਬੇਸਿਕਲੀ ਰਾਉਂਡ ਆਫ ਕਰਦਾ ਹੈ। ਐਗਜ਼ਾਮਪਲ ਦੇ ਤੌਰ ਤੇ ਤੁਹਾਨੂੰ ਦੱਸ ਦਿੰਦਾ, ਜੇ ਮੰਨ ਲਓ x ਦੀ ਵੈਲਿਊ ਹੈ 2.3, ਅਸੀਂ ਸੀਲ ਫੰਕਸ਼ਨ ਯੂਜ਼ ਕਰ ਦਈਏ ਤਾਂ ਇਹ x ਬਣਾ ਦੇਗਾ ਯੂਜ਼ਿੰਗ ਸੀਲ ਫੰਕਸ਼ਨ। ਇਹਦੇ 'ਚ x ਪਾ ਦੋਗੇ ਤੁਸੀਂ ਤਾਂ ਇਹ ਬਣਾ ਦੇਗਾ 3। ਸਾਡੇ ਕੋਲ ਉੱਪਰ ਇੱਕ ਹੋਰ ਫੰਕਸ਼ਨ ਹੈਗਾ ਫਲੋਰ, ਫਲੋਰ ਦੇ ਅੰਦਰ x ਪਾ ਦਾਂਗੇ ਤਾਂ ਇਹਨੂੰ ਕਰ ਦੇਗਾ 2। ਠੀਕ ਹੈ, ਉਹਨੂੰ ਪਿੱਛੇ ਲੈ ਕੇ ਜਾਂਦਾ ਹੈ, ਸੀਲ ਫੰਕਸ਼ਨ ਉਹਨੂੰ ਅੱਗੇ ਲੈ ਕੇ ਜਾਂਦਾ ਹੈ। ਸੋ ਵਿਚ ਆਫ ਦੀ ਫੋਲੋਇੰਗ ਵਿਲ ਪ੍ਰੋਡਿਊਸ ਦ ਵੈਲਿਊ ਆਫ 10 when x is 9.7, यानी कि इंक्रीमेंट हो गया, आगे चला गया, आंसर बन गया साड़ा सील यानी कि डी। गिवन अ नेम book, class name book, which of the following is not a valid constructor? ਹੁਣ ਸਭ ਤੋਂ ਪਹਿਲਾਂ ਤਾਂ ਇਹ ਸਮਝੋ ਕਿ ਕੰਸਟਰਕਟਰ ਕੀ ਹੁੰਦਾ। ਇੱਕ ਕਲਾਸ ਬਣਾਈ ਮੈਂ ਜਿਹਦਾ ਨਾਮ ਹੈ book। अगर इस पर्टिकुलर क्लास के अंदर एक बुक नाम का ही फंक्शन होए तो दिस फंक्शन इज नोन एज कंस्ट्रक्टर। ठीक है, ऑब्जेक्ट क्रिएट होंदे नाल ही कंस्ट्रक्टर ऑटोमैटिकली फायर हो जाता है। सो पूछ रहा है कि विच ऑफ द फॉलोइंग इज नॉट अ वैलिड कंस्ट्रक्टर। सो पहला ये मैनू वैलिड लग ही रहा क्योंकि बुक नाम का कंस्ट्रक्टर है, खाली हो सकता है। ये की हो रहा है कि बुक क्लास का ही ऑब्जेक्ट बन रहा है बी। ठीक है, लेकिन इत्थे ये बी भी कुछ नहीं है क्योंकि क्लास का नाम की है बुक। सो ये वैलिड नहीं लग रहा। ठीक है, इत्थे भी बुक नाम का एक कंस्ट्रक्टर बन रहा है, इनू असीं खास कर कहने कॉपी कंस्ट्रक्टर। सो दैट मीन्स कि ये एग्जिस्ट करता है। ठीक है, किसी ਨੂੰ प्रोग्रामिंग लैंग्वेजेस ਦੇ ਵਿੱਚ ਇੰਜੀਨੀਅਰਿੰਗ ਵਾਲੇ ਬੱਚੇ ਹੋਣ ਜਾਂ ਕੋਈ BCA MCA ਵਾਲੇ ਬੱਚੇ ਹੋਣ ਜਿਨ੍ਹਾਂ ਨੂੰ ਪ੍ਰੋਗਰਾਮਿੰਗ ਦੇ ਵਿੱਚ ਇੰਟਰਸਟ ਹੈਗਾ ਨਾ, ਅਸੀਂ ਉਹਨਾਂ ਵਾਸਤੇ ਵੀ ਸਪੈਸ਼ਲੀ ਕੁਝ ਲੈ ਕੇ ਆ ਰਹੇ ਹਾਂ ਬਹੁਤ ਜਲਦੀ। ਠੀਕ ਹੈ, ਸੋ ਇਹ ਸਭ ਚੀਜ਼ਾਂ ਅਸੀਂ ਉਹਦੇ 'ਚ ਪੂਰਾ ਇਨ ਡੈਪਥ ਕਰਾਵਾਂਗੇ। ਠੀਕ, चलो हुण इत्थे की बन गया कॉपी कंस्ट्रक्टर, यानी कि ये भी एग्जिस्ट कर रहा है। सो मेरा आंसर की बन गया जेड़ा कि नॉट अ वैलिड कंस्ट्रक्टर, दैट इज बी। Which of the linear structure has a provision of last in first out mechanism for its elements? So last in first out यानी कि एक गुफा वांगू है। ਆਪਾਂ ਨੇ ਪਹਿਲਾਂ ਵੀ ਇਸ ਚੀਜ਼ ਨੂੰ ਪੜਿਆ, ਮੈਂ ਪਿਛਲੇ ਵੀ 1-2 ਲੈਕਚਰਸ ਦੇ ਵਿੱਚ ਇਹਦੇ ਬਾਰੇ ਡਿਸਕਸ ਕੀਤਾ ਹੈ। दैट इज कॉल्ड स्टैक। स्टैक बुक्स के उपर बुक्स के उपर बुक्स के उपर जी कि सब तो लास्ट ते आई वो सब तो पहलों बाहर जाएगी। ठीक हो गया, आंसर बन गया ए। इन अ क्यू डेटा स्ट्रक्चर विच ऑफ द फॉलोइंग इज ट्रू। हुण क्यू दे विच की हुंदा? क्यू इस तरीके दी हुंदी है, इत्थों दी एंट्री हुई, इत्थों दी एग्जिट होया। सो जिहड़ा बंदा फर्स्ट नंबर ते गया सीगा, सैकेंड नंबर ते आया, थर्ड ते आया और फोर्थ ते आया। हुण जिहड़ा फर्स्ट नंबर ते गया सी, फर्स्ट नंबर ते ही बाहर होएगा, यानी कि वो बनाएगा फीफो, फर्स्ट इन फर्स्ट आउट। सो आंसर इज फीफो। What is the number of nodes in a full binary tree with depth 3? मैं जानबूझ के थोड़ा सा ट्रिकी क्वेश्चन पाया, इट इज अदरवाइज वेरी ईजी। ਹੁਣ ਆਪਾਂ ਕਹਿ ਰਹੇ ਹਾਂ ਕਿ ਡੈਪਥ ਇਜ਼ 3। ਜਿਨ੍ਹਾਂ ਨੇ ਡੇਟਾ ਸਟਰਕਚਰਸ ਥੋੜਾ ਬਹੁਤ ਪੜਿਆ ਹੈ, ਟਰੀਜ਼ ਦੇ ਬਾਰੇ ਥੋੜਾ ਬਹੁਤ ਪੜਿਆ ਹੈ, ਡੈਪਥ 3 ਦਾ ਮਤਲਬ ਥਰਡ ਲੈਵਲ। ਠੀਕ ਹੈ, ਮੈਂ ਐਲੀਮੈਂਟਸ ਬਣਾਉਣਾ, ਫॉर एग्जांपल A ਤੋਂ ਕੰਮ ਸ਼ੁਰੂ ਹੋਇਆ, ਦਿਸ ਪੁਆਇੰਟ ਇਜ਼ ਕਾਲਡ ਨੋਡ। ਇਹਦੇ 2 रूट्स बन गए।
ਹੁਣ ਇੱਥੇ ਇਹ B ਔਰ C ਆਏ, B ਔਰ C ਨੇ ਵੀ ਅੱਗੋਂ ਦੋ ਬਣਾ ਲਏ, D E ਇਹਨੇ ਵੀ ਦੋ ਬਣਾ ਲਏ, F G। ਇੱਕ ਲੈਵਲ, ਦੂਜਾ ਲੈਵਲ, ਇਹ ਤੀਜਾ ਲੈਵਲ, ਠੀਕ ਹੋ ਗਿਆ। ਹੁਣ ਥਰਡ ਲੈਵਲ ਨੇ ਵੀ ਅੱਗੋਂ ਦੀ ਅਚੀਵ ਕਰਨਾ ਨਾ, 1 2 ਔਰ 3, ठीक है। इन्हें भी अगो दो दो बना लेते, इन्हें भी अगो दो दो बना लेते। हुण साडे तो क्वेश्चन ये पूछा गया है भी टोटल नंबर ऑफ नोड्स कितनियां बनिया लेवल 3 तक। हुण इत्थे नोड्स कितनियां बन रही हैं, 1 2 3 4 5 6 और 7। सो आंसर की बन गया साडा 7। दिस इज ट्री डेटा स्ट्रक्चर। क्लियर। The best way to find an item in a sorted list implemented using an array is with। ਹੁਣ ਇੱਕ array list ਮਿਲੀ ਹੋਈ ਹੈ, ਉਹਦੇ ਚ best technique ਕਿਹੜੀ ਹੈ ਜਿਹਦੇ ਨਾਲ ਕਿ ਅਸੀਂ ਇੱਕ ਆਈਟਮ ਨੂੰ ਸਰਚ ਕਰ ਸਕੀਏ। ਸਰਚਸ ਅਲੱਗ-ਅਲੱਗ ਤਰੀਕਿਆਂ ਦੀਆਂ, ਲੀਨੀਅਰ ਸਰਚ ਹੈ, ਯਾਨੀ ਕਿ ਇੱਕ ਆਈਟਮ ਨੂੰ ਤੁਸੀਂ ਸਕਰੋਲ ਕਰਕੇ ਜਾਂਦੇ ਜਾਓ। ਜੇ ਮੰਨ ਲਓ ਆਈਟਮਸ ਬਹੁਤ ਜ਼ਿਆਦਾ ਹੋਣ, ਲੱਖਾਂ ਦੇ ਵਿੱਚ ਹੋਣ, ਤਾਂ ਤੁਸੀਂ ਸਰਚਿੰਗ ਸੋਚੋ ਵੀ ਕਿਵੇਂ ਕਰੋਗੇ। ਫੋਰ ਐਗਜ਼ਾਮਪਲ ਤੁਸੀਂ ਕੋਈ ਵੀ ਸ਼ਾਪਿੰਗ ਕਰਨ ਵਾਸਤੇ ਆਨਲਾਈਨ ਸਾਈਟ ਦੇ ਉੱਤੇ ਜਾਂਦੇ ਹੋ, ਫਲਿੱਪਕਾਰਟ ਹੈ, ਐਮਾਜ਼ੋਨ ਹੈ, ਉੱਥੇ ਜਾ ਕੇ ਤੁਹਾਨੂੰ ਆਲਰੇਡੀ ਸਾਰੀ ਲਿਸਟ ਮਿਲੀ ਹੁੰਦੀ ਹੈ, ਬਟ ਸਟਿਲ ਤੁਹਾਡੇ ਦਿਮਾਗ ਦੇ ਵਿੱਚ ਜਿਹੜੀ ਚੀਜ਼ ਤੁਸੀਂ ਬਾਏ ਕਰਨੀ ਹੈ, ਤੁਸੀਂ ਜਾ ਕੇ ਕੀ ਕਰਦੇ ਹੋ, ਸਰਚ ਕਰਦੇ ਹੋ। ਉੱਥੇ ਜੇ ਸਰਚਿੰਗ ਐਲਗੋਰਿਦਮ ਕੋਈ ਇਸ ਤਰੀਕੇ ਦਾ ਲੱਗਿਆ ਜਿਹੜਾ ਕਿ ਇੱਕ ਆਈਟਮ ਨੂੰ ਸਕਰੋਲ ਕਰੇਗਾ, ਸੋਚੋ ਉੱਥੇ ਹਜ਼ਾਰਾਂ ਲੱਖਾਂ ਆਈਟਮਸ ਹੈ, ਤਾਂ ਉਹਦੇ 'ਚ ਟਾਈਮ ਕਿੰਨਾ ਕਿਲ ਹੋ ਜਾਏਗਾ। ਸੋ ਕੀ ਕੀਤਾ ਜਾਂਦਾ ਹੈ ਕਿ ਉੱਥੇ ਐਸਾ ਐਲਗੋਰਿਦਮ ਯੂਜ਼ ਕੀਤਾ ਜਾਂਦਾ ਜਿਹੜਾ ਕਿ ਫਾਸਟੈਸਟ ਹੋਏ, ਐਂਡ ਦੈਟ ਇਜ਼ ਕਾਲਡ ਬਾਈਨਰੀ ਸਰਚ। ਠੀਕ ਹੈ ਜੀ। ਸੋ ਬਾਈਨਰੀ ਸਰਚ ਐਲਗੋਰਿਦਮ ਹੈ ਜਿਹਦੇ ਨਾਲ ਕਿ ਜਲਦੀ ਤੋਂ ਜਲਦੀ ਬੈਸਟ ਵੇ ਤਰੀਕੇ ਨਾਲ ਸਰਚ ਕੀਤਾ ਜਾ ਸਕਦਾ ਹੈ। ਕੀ ਬਾਈਨਰੀ ਸਰਚ ਕਿ ਲਿਸਟ ਜਿੰਨੀ ਵੀ ਵੱਡੀ ਹੋਏ ਉਹਨੂੰ ਦੋ ਹਿੱਸਿਆਂ 'ਚ ਡਿਵਾਈਡ ਕਰ ਦਿਓ। ਪਹਿਲਾਂ ਉਹਨੂੰ ਸੌਰਟ ਕਰ ਦਿਓ, ਸੌਰਟਿੰਗ ਯਾਨੀ ਕਿ ਸਮੋਲੈਸਟ ਟੂ ਹਾਈਐਸਟ। ਉਸ ਤੋਂ ਬਾਅਦ ਸੌਰਟਿੰਗ ਕਰਕੇ ਫਿਰ ਤੁਸੀਂ ਦੇਖੋ ਕਿ ਉਹ ਬੰਦਾ ਕਿਹੜਾ ਨੰਬਰ ਸਰਚ ਕਰ ਰਿਹਾ ਹੈ। ਜਦੋਂ ਲਿਸਟ ਦੋ ਹਿੱਸਿਆਂ ਦੇ ਵਿੱਚ ਹੋ ਗਈ ਤਾਂ ਤੁਹਾਨੂੰ ਪਤਾ ਚੱਲ ਗਿਆ ਕਿ ਉਹਨਾਂ ਦੋਨਾਂ 'ਚੋਂ ਇੱਕ ਹਿੱਸੇ ਦੇ ਵਿੱਚ ਸਾਡਾ ਨੰਬਰ ਐਗਜ਼ਿਸਟ ਕਰ ਰਿਹਾ। ਫੋਰ ਐਗਜ਼ਾਮਪਲ ਸਾਡੇ ਕੋਲ ਲਿਸਟ ਦੇ ਵਿੱਚ 1 to 10 ਹੈ, ਠੀਕ ਹੈ। ਯੂ ਆਰ ਸਰਚਿੰਗ ਫॉर 9, ਤਾਂ ਉਹ ਕੀ ਕਰੇਗਾ ਕਿ ਸੌਰਟ ਆਊਟ ਕਰਤਾ। ਸਭ ਤੋਂ ਪਹਿਲਾਂ ਲਿਸਟ ਪਹਿਲਾਂ ਜੰਬਲਡ ਸੀ, 1 to 10 ਬਣ ਗਈ। ਹੁਣ ਇੱਕ ਲਿਸਟ ਬਣ ਗਈ 1 to 5, ਦੂਸਰੀ ਬਣ ਗਈ 6 to 10। ਤਾਂ ਇਹ ਵਾਲੀ ਜਿਹੜੀ ਲਿਸਟ ਹੈ ਤਾਂ ਡਿਸਕਾਰਡ ਹੀ ਹੋ ਗਈ। ਸੋ ਉਹਨੂੰ 5 ਸਰਚਿਸ ਕਰਨੀਆਂ ਨਹੀਂ ਪਈਆਂ। 6 to 10 ਵਾਲੀ ਨੂੰ ਫਰਦਰ 2 'ਚ ਡਿਵਾਈਡ ਕਰ ਦੇਗਾ, ਠੀਕ ਹੈ। ਇੱਕ ਲਿਸਟ ਬਣ ਜਾਏਗੀ 6 7 और 8, दूसरी बन जाएगी 9 और 10। ਹੁਣ ਉਹਦੇ 'ਚ ਵੀ ਉਹਨੂੰ ਪਤਾ ਚੱਲ ਗਿਆ ਵੀ ਇਹ ਵਾਲੀ ਲਿਸਟ ਵੀ ਮੇਰੀ ਬੇਕਾਰ ਹੈ, ਸੋ ਇਹ ਵੀ ਬਾਹਰ ਨਿਕਲ ਗਈ। ਇਸ ਨੂੰ 2 'ਚ ਡਿਵਾਈਡ ਕੀਤਾ ਤਾਂ ਇੱਕ ਐਲੀਮੈਂਟ ਆ ਰਿਹਾ, ਇੱਕ ਐਲੀਮੈਂਟ ਆ ਰਿਹਾ। ਸੋ ਤੁਹਾਡੀ ਸਰਚਿੰਗ ਜਿਹੜੀ ਹੈ ਉਹ ਬਹੁਤ ਈਜ਼ੀ ਹੋਗੀ, ਤੁਹਾਨੂੰ ਟਾਈਮ ਜਿਹੜਾ ਹੈ ਉਹ ਬਹੁਤ ਹੀ ਘੱਟ ਲੱਗੇਗਾ, ਠੀਕ ਹੈ। ਸੋ C ਇਜ਼ ਦੀ ਆਂਸਰ ਐਂਡ ਦਿਸ ਇਜ਼ ਦ ਬੈਸਟ ਮੈਥਡ ਫॉर ਸਰਚਿੰਗ। प्रोग्रामिंग करते हुए बहुत सारी चीज़ें हैं क्योंकि डेप्थ बहुत ज़्यादा है। एक्सपैक्ट करते असी कि पटवारी दे एग्जाम्स या होर जिहड़े गवर्नमेंट एग्जाम्स है जिहड़े कि नॉन टैक्नीकल एग्जाम्स है, लेकिन उन्हां दे विच कंप्यूटर दी नॉलेज बहुत ज़्यादा इंपॉर्टेंट है। सो इन्नी डेप्थ तक मैनूं उम्मीद नहीं है कि वो जान, लेकिन तुहानूं नॉलेज देना साडा काम है। CBL ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਤੱਕ ਬੈਸਟ ਤੋਂ ਬੈਸਟ ਚੀਜ਼ ਪਹੁੰਚਾਈ ਜਾ ਸਕੇ। ਜਿਹੜੇ ਬੱਚੇ ਆਲਰੇਡੀ ਟੈਕਨੀਕਲ ਬੈਕਗ੍ਰਾਉਂਡ ਤੋਂ ਹੈਗੇ ਆ, ਦੇ ਵਿਲ ਨੋ ਕਿ ਬਈ ਹਾਂ ਠੀਕ ਹੈ ਵੀ ਸਾਨੂੰ ਇਸ ਲੈਵਲ ਦੀ ਨੌਲੇਜ ਹੋਗੀ। ਜਿਹੜੇ ਨਾਨ ਟੈਕਨੀਕਲ ਬੱਚੇ ਹੈ, ਕੋਸ਼ਿਸ਼ ਸਾਡੀ ਇਹੀ ਹੈ ਕਿ ਉਹਨਾਂ ਤੱਕ ਵੀ ਇੰਨੀ ਕੁ ਨੌਲੇਜ ਜ਼ਰੂਰ ਪਹੁੰਚਾਈ ਜਾ ਸਕੇ ਤਾਂ ਕਿ ਉਹਨਾਂ ਨੇ ਦੇਖਿਆ ਹੋਏ, ਐਟਲੀਸਟ ਪੇਪਰ ਜਿਸ ਟਾਈਮ ਤੇ ਕਰਨ ਬੈਠ ਰਹੇ ਆ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਪਤਾ ਹੋਏ ਕਿ ਹਾਂ ਇਹ ਚੀਜ਼ ਅਸੀਂ ਦੇਖੀ ਸੀ, ਇਹ ਚੀਜ਼ ਅਸੀਂ ਦਿਮਾਗ 'ਚ ਰੱਖ ਸਕਦੇ ਹਾਂ, ਠੀਕ ਹੈ। ਐਂਡ ਆਈ ਹੋਪ ਕਿ ਤੁਹਾਨੂੰ ਇਹ ਸਭ ਚੀਜ਼ਾਂ ਸਮਝ ਆ ਰਹੀਆਂ ਹੋਣਗੀਆਂ। ਸਟਿਲ ਯੂ ਆਰ ਮੋਸਟ ਵੈਲਕਮ ਫॉर ਦੀ ਡਾਊਟਸ। ਜਦੋਂ ਵੀ ਤੁਸੀਂ ਚਾਹੋ ਤੁਸੀਂ ਮੈਨੂੰ ਡਾਇਰੈਕਟਲੀ ਮੈਸੇਜ ਪਾ ਸਕਦੇ ਹੋ। ਧੰਨਵਾਦ।